ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜੀਆਂ ਤੇ ਦਇਆ ਕਰਨੀ ਸਾਰਿਆਂ ਤੀਰਥਾਂ ਨਾਲੋਂ ਸ੍ਰੇਸ਼ਟ ਹੈ। ਰਾਜਾ ਯੁਧਿਸ਼ਟਰ ਨੂੰ ਕੌਣ ਨਹੀਂ ਜਾਣਦਾ, ਜੋ ਕੈਸਾ ਧਰਮੀ ਹੋ ਗੁਜ਼ਰਿਆ ਹੈ ਅਤੇ ਕੈਸਾ ਸੱਚਾ ਆਦਮੀ ਸੀ। ਇਸ ਦੀ ਦਇਆ ਤੇ ਸੱਚ ਬੋਲਣ ਦਾ ਪ੍ਰਮਾਣ ਇਸ ਕਥਾ ਤੋਂ ਪ੍ਰਗਟ ਹੁੰਦਾ ਹੈ, ਜੋ ਅੱਜ ਆਪਾਂ ਸਰਵਣ ਕਰਾਂਗੇ। ਜਦ ਯੁਧਿਸ਼ਟਰ ਸੁਮੇਧ ਪਰਬਤ ਦੇ ਰਸਤੇ ਸਵਰਗ ਨੂੰ ਚੱਲੇ ਸਨ, ਤਾਂ ਉਸ ਵੇਲੇ ਪੰਜੇ ਭਾਈ ਅਤੇ ਦ੍ਰੋਪਦੀ ਅਤੇ ਇੱਕ ਕੁੱਤਾ ਉਹਨਾਂ ਦੇ ਨਾਲ ਸੀ। ਜਦੋਂ ਸੁਮੇਰ ਪਰਬਤ, ਜਿਸ ਨੂੰ ਹਿਮਾਲਿਆ ਵੀ ਕਹਿੰਦੇ ਹਨ, ਉਸ 'ਤੇ ਦਬਾ-ਦਬ ਚੜ੍ਹਨ ਲੱਗੇ ਤੇ ਬਰਫ਼ ਵਿੱਚ ਜਦ ਪੈਰ ਪੈਣੇ ਆਰੰਭ ਹੋਏ, ਤਾਂ ਥੋੜ੍ਹੀ ਦੂਰ ਹੀ ਚੱਲ ਕੇ ਭੀਮ ਨੇ ਰਾਜਾ ਨੂੰ ਕਿਹਾ, ਮਹਾਰਾਜ, ਦ੍ਰੋਪਦੀ ਡਿੱਗ ਪਈ ਹੈ। ਯੁਧਿਸ਼ਟਰ ਨੇ ਕਿਹਾ, ਇਸ ਨੇ ਨਿਆਂ ਛੱਡ ਦਿੱਤਾ ਸੀ, ਅਰਜਨ ਦੀ ਰਾਇ ਕਰਦੀ ਹੁੰਦੀ ਸੀ। ਥੋੜ੍ਹਾ ਅੱਗੇ ਚੱਲ ਕੇ ਸਹਿਦੇਵ ਦਾ ਪੈਰ ਥਿੜਕਿਆ ਤੇ ਦੜ ਕਰਦਾ ਬਰਫ਼ ਵਿੱਚ ਡਿੱਗ ਪਿਆ। ਭੀਮ ਨੇ ਕਿਹਾ, ਮਹਾਰਾਜ ਜੀ, ਸਹਿਦੇਵ ਵੀ ਲੜ ਛੁਡਾ ਗਿਆ ਹੈ। ਯੁਧਿਸ਼ਟਰ ਨੇ ਕਿਹਾ, ਇਸ ਨੂੰ ਆਪਣੀ ਅਕਲ ਤੇ ਬਹੁਤ ਘਮੰਡ ਸੀ, ਬਸ ਇਹ ਗੱਲ ਕਹਿੰਦਾ ਹੀ ਰਾਜਾ ਦਬਾ-ਦਬ ਅੱਗੇ ਨੂੰ ਤੁਰ ਪਿਆ ਤੇ ਮਗਰ ਉਸਦੇ ਸਾਰੇ ਸਾਥੀ ਤੁਰ ਪਏ। ਕੁਝ ਅੱਗੇ ਚੱਲ ਕੇ ਨੁਕਲ ਵੀ ਇਸੇ ਪ੍ਰਕਾਰ ਡਿੱਗ ਪਿਆ। ਭੀਮ ਨੇ ਆਵਾਜ਼ ਦਿੱਤੀ, ਮਹਾਰਾਜ, ਨੁਕਲ ਵੀ ਬੁਰਕੀ ਹੋ ਗਿਆ। ਰਾਜਾ ਨੇ ਤੁਰਿਆ ਜਾਂਦੇ ਹੀ ਕਹਿ ਦਿੱਤਾ, ਇਸ ਨੂੰ ਸੁੰਦਰ ਰੂਪ ਦਾ ਗੁਮਾਨ ਸੀ, ਔਰ ਛੇਤੀ ਤੁਰਿਆ ਔਰ ਫਿਰ ਛੇਤੀ ਤੁਰਿਆ, ਠਹਿਰਿਆ ਨਹੀਂ। ਥੋੜ੍ਹੇ ਚਿਰ ਪਿੱਛੋਂ ਆਵਾਜ਼ ਆਈ, ਮਹਾਰਾਜ, ਬੜਾ ਯੋਧਾ ਅਰਜਨ ਵੀ ਬੇਹਾਲ ਹੋ ਗਿਆ ਹੈ ਔਰ ਮੌਤ ਦੇ ਮੂੰਹ ਵਿੱਚ ਹੈ। ਰਾਜਾ ਨੇ ਅਰਜਨ ਦਾ ਮਰਨਾ ਸੁਣ ਕੇ ਵੀ ਪਿਛਾਂਹ ਨਾ ਦੇਖਿਆ ਤੇ ਤੁਰੇ ਜਾਂਦੀ ਹੀ ਆਵਾਜ਼ ਦਿੱਤੀ ਕਿ ਇਸ ਨੂੰ ਵੈਰੀਆਂ ਦੇ ਜਿੱਤਣ ਦਾ ਬੜਾ ਗੁਮਾਨ ਸੀ ਔਰ ਸ਼ੇਖੀਆਂ ਮਾਰਦਾ ਹੁੰਦਾ ਸੀ। ਇੰਨੇ ਚਿਰ ਨੂੰ ਭੀਮ ਦੇ ਪੈਰਾਂ ਨੂੰ ਹਿਲਜੁਲ ਹੋਈ ਔਰ ਘਬਰਾਇਆ ਤੇ ਕਿਹਾ, ਮਹਾਰਾਜ, ਮੈਨੂੰ ਵੀ ਘਬਰਾ ਪੈਣ ਲੱਗੇ ਹਨ ਔਰ ਤਾਕਤ ਜਾਂਦੀ ਰਹੀ ਹੈ। ਮੈਂ ਵੀ ਹੁਣ ਮੋਇਆ ਕਿ ਮੋਇਆ, ਸੋ ਮੇਰੇ ਮਰਨ ਦਾ ਕਾਰਨ ਤਾਂ ਦੱਸੋ। ਰਾਜਾ ਯੁਧਿਸ਼ਟਰ ਨੇ ਪਿੱਛੇ ਪਰਤ ਕੇ ਨਹੀਂ ਦੇਖਿਆ ਤੇ ਉੱਤਰ ਦਿੱਤਾ ਕਿ ਹੇ ਭਰਾਤਾ, ਤੂੰ ਪਸ਼ੂਆਂ ਵਾਂਗ ਬਹੁਤਾ ਖਾਂਦਾ ਸੀ ਅਤੇ ਦੂਸਰੇ ਦੀਆਂ ਲੋੜਾਂ ਨੂੰ ਨਹੀਂ ਸੀ ਵੇਖਦਾ, ਇਸ ਲਈ ਤੂੰ ਮਰਨਾ ਹੀ ਸੀ, ਕਿਉਂਕਿ ਤੇਰੇ ਵਿੱਚ ਦਇਆ ਨਹੀਂ ਸੀ। ਯੁਧਿਸ਼ਟਰ ਹੁਣ ਇਕੱਲਾ ਹੀ ਰਹਿ ਗਿਆ ਸੀ। ਜਿਨ੍ਹਾਂ ਨੇ ਦੁਨੀਆ ਵਿੱਚ ਉਹਦਾ ਸਾਥ ਦਿੱਤਾ ਸੀ, ਉਹ ਤਾਂ ਅਲੱਗ ਹੋ ਗਏ। ਜੋ ਮਿਲਦੇ ਹਨ ਸੋ ਵਿਛੜਦੇ ਹਨ, ਪਰ ਧਰਮਰਾਜ ਬਰਾਬਰ ਪੈਰ ਪਾਈ ਚਲਾ ਜਾਂਦਾ ਹੈ ਔਰ ਨਾਲ ਇੱਕ ਸਵਾਨ ਅਰਥਾਤ ਕੁੱਤਾ ਹੈ, ਜਿਸ ਨੇ ਸਾਥ ਨਹੀਂ ਤੋੜਿਆ। ਵਾਹ ਭਾਈ ਸਵਾਨ, ਤੇਰੀ ਮੁਹੱਬਤ ਪਵਿੱਤਰ ਅਤੇ ਸਵਾਰਥਪੁਣੇ ਤੋਂ ਨਿਰਮਲ ਹੈ। ਕੁੱਤਾ ਅੰਤ ਸਮੇਂ ਤੱਕ ਯੁਧਿਸ਼ਟਰ ਦੇ ਨਾਲ ਰਿਹਾ। ਭਾਈ ਜੁਦਾ ਹੋ ਗਏ, ਪਿਆਰੇ ਅਲੱਗ ਹੋ ਗਏ, ਇਸਤਰੀ ਨਿਆਰੀ ਹੋ ਗਈ, ਪਰੰਤੂ ਕੁੱਤੇ ਨੇ ਸਾਥ ਨਹੀਂ ਛੱਡਿਆ। ਬਰਫ਼ ਤੇਜ਼ੀ ਨਾਲ ਲੰਘ ਰਿਹਾ ਹੈ, ਠੰਡੀ ਹਵਾ ਦੇ ਝੋਲੇ ਆ ਰਹੇ ਹਨ। ਯੁਧਿਸ਼ਟਰ ਅੱਗੇ-ਅੱਗੇ ਜਾ ਰਿਹਾ ਹੈ ਅਤੇ ਸ਼ਰਤ ਪੂਰਵਕ ਕੁੱਤਾ ਪਰਛਾਵੇਂ ਵਾਂਗ ਪਤੀ ਦੇ ਪਿੱਛੇ-ਪਿੱਛੇ ਜਾ ਰਿਹਾ ਹੈ। ਉਹ ਸੁਮੇਰ ਪਰਬਤ ਦੀ ਚੋਟੀ ਉੱਤੇ ਪਹੁੰਚ ਗਏ ਔਰ ਦੇਖੋ, ਉਸ ਸਮੇਂ ਤੜਕ ਜਿਹੀ ਆਵਾਜ਼ ਆਈ, ਸਵਰਗ ਦਾ ਬੂਹਾ ਖੁੱਲ੍ਹ ਗਿਆ। ਇੰਦਰ ਦੇਵਤਿਆਂ ਦਾ ਬਾਦਸ਼ਾਹ ਰੱਥ 'ਤੇ ਚੜ੍ਹਿਆ ਹੋਇਆ ਹੇਠਾਂ ਉਤਰਿਆ। ਆਖਣ ਲੱਗਾ, ਮਹਾਰਾਜ, ਰੱਥ ਤਿਆਰ ਹੈ, ਚੜ੍ਹ ਬੈਠੋ, ਮੈਂ ਦੇਵਤਿਆਂ ਵੱਲੋਂ ਆਪ ਦੀ ਆਓ ਭਗਤ ਕਰਨ ਆਇਆ ਹਾਂ। ਪਰੰਤੂ ਰਾਜੇ ਨੂੰ ਰੱਥ ਉੱਤੇ ਪੈਰ ਪਾਉਣਾ ਹਰਾਮ ਸੀ। ਅਰਜਨ ਨਹੀਂ ਹੈ, ਭੀਮ ਨਹੀਂ ਹੈ, ਨੁਕਲ ਨਹੀਂ ਹੈ, ਸਹਿਦੇਵ ਨਹੀਂ ਹੈ। ਮੈਂ ਉਹਨਾਂ ਦੇ ਸਿਵਾ ਸਵਰਗ ਵਿੱਚ ਜਾਣਾ ਨਹੀਂ ਚਾਹੁੰਦਾ। ਇੰਦਰ ਨੇ ਉੱਤਰ ਦਿੱਤਾ, ਉਹ ਆਪ ਤੋਂ ਅੱਗੇ ਹੀ ਸਵਰਗ ਵਿੱਚ ਆ ਗਏ ਹਨ। ਉਹ ਪਾਪ ਕਰਮਾਂ ਕਰਕੇ ਉਹਨਾਂ ਦਾ ਸਰੀਰ ਛੱਡਣਾ ਜ਼ਰੂਰੀ ਸੀ। ਆਪ ਨੂੰ ਸਣ ਦੇਹੇ ਸਵਰਗ ਵਿੱਚ ਜਾਣ ਦੀ ਖੁੱਲ੍ਹ ਹੈ। ਪਰ ਰਾਜਾ ਨੂੰ ਫਿਰ ਵੀ
ਕੁਝ ਅੱਗਾ ਪਿੱਛਾ ਸੀ। ਉਹ ਰੱਥ ਉੱਤੇ ਚੜ੍ਹਨ ਲਈ ਤਿਆਰ ਨਹੀਂ ਸੀ। ਇੰਦਰ ਨੇ ਆਖਿਆ, ਹੁਣ ਕੀ ਦੇਰੀ ਹੈ? ਦੇਖੋ, ਸਵਰਗਪੁਰੀ ਦੇ ਫਾਟਕ ਆਪ ਦੀ ਖਾਤਰ ਖੋਲ੍ਹ ਦਿੱਤੇ ਹਨ। ਦੇਵਤਾ ਆਪ ਦੇ ਆਉਣ 'ਤੇ ਸੁੰਦਰ ਸੁੰਦਰ ਰਾਗ ਗਾ ਰਹੇ ਹਨ। ਅਨਾਹਤ ਸ਼ਬਦ ਦੀ ਪ੍ਰਸੰਨਤਾ ਦੇਣ ਵਾਲੀਆਂ ਆਵਾਜ਼ਾਂ ਆਕਾਸ਼ ਮੰਡਲ ਵਿੱਚ ਕਨਕੋਰ ਪਾ ਰਹੀਆਂ ਹਨ। ਹੁਣ ਕਿਸ ਕਾਰਨ ਡਰ ਕਰਦੇ ਹੋ? ਯੁਧਿਸ਼ਟਰ ਨੇ ਉਂਗਲੀਆਂ ਨਾਲ ਕੁੱਤੇ ਵੱਲ ਇਸ਼ਾਰਾ ਕੀਤਾ। ਐ ਤ੍ਰਿਕਾਲਗ ਇੰਦਰ, ਇਹ ਮੇਰੀ ਮੁਹੱਬਤ ਵਿੱਚ ਡੁੱਬਾ ਹੋਇਆ ਹੈ। ਇਹ ਵੀ ਮੇਰੇ ਨਾਲ ਸਵਰਗ ਧਾਮ ਨੂੰ ਚੱਲੇਗਾ। ਮੇਰੇ ਦਿਲ ਵਿੱਚ ਇਸ ਵਾਸਤੇ ਦਇਆ ਹੈ। ਤਰਸ ਦਾ ਧਿਆਨ ਖੁੱਲ੍ਹ ਨਹੀਂ ਦਿੰਦਾ ਕਿ ਮੈਂ ਸਵਰਗ ਦੇ ਖਿਆਲ ਵਿੱਚ ਆਪਣੇ ਸਾਥੀ ਕੁੱਤੇ ਨੂੰ ਛੱਡ ਦੇਵਾਂ। ਦੋਸਤੀ ਤਾਂ ਸਵਰਗ ਵਿੱਚ ਵੀ ਰਹਿਣੀ ਚਾਹੀਦੀ ਹੈ। ਧਰਮ ਆਖਦਾ ਹੈ, ਆਪਣੇ ਕੁੱਤੇ ਨੂੰ ਵੀ ਨਾਲ ਲੈ ਕੇ ਚੱਲ। ਇਸ ਵਾਸਤੇ ਮੈਨੂੰ ਦੇਰੀ ਹੈ। ਇੰਦਰ ਨੇ ਆਖਿਆ, ਸਵਰਗ ਵਿੱਚ ਕੁੱਤੇ ਨਹੀਂ ਜਾ ਸਕਦੇ। ਇਹ ਗੱਲ ਬੜੀ ਕਠਿਨ ਹੈ। ਇਹਨਾਂ ਵਿੱਚ ਪਸ਼ੂਪੁਣਾ ਹੈ। ਇਹਨਾਂ ਵਿੱਚ ਨਿਕੰਮੀਆਂ ਖਿੱਚਾਂ ਹਨ। ਇਹਨਾਂ ਵਿੱਚ ਪਰਮੇਸ਼ਰ ਭਗਤੀ ਦਾ ਨਾਮੋ ਨਿਸ਼ਾਨ ਨਹੀਂ। ਇਹ ਕੇਵਲ ਮ੍ਰਿਤ ਲੋਕ ਵਾਸਤੇ ਹਨ। ਸਵਰਗ ਵਿੱਚ ਅਮਰ ਦੇਵਤਾ ਰਹਿੰਦੇ ਹਨ। ਅੱਜ ਤੁਸਾਂ ਨੇ ਦੇਵਤਿਆਂ ਦੀ ਗਤੀ ਨੂੰ ਪਾ ਲਿਆ ਹੈ। ਆਪ ਵਿੱਚ ਅਤੇ ਮੇਰੇ ਵਿੱਚ ਕੋਈ ਅੰਤਰ ਨਹੀਂ ਹੈ। ਸਦੀਵ ਆਨੰਦ ਦੀ ਪ੍ਰਾਪਤੀ ਆਪ ਦੇ ਹਿੱਸੇ ਆਈ ਹੈ। ਦੇਵਤਿਆਂ ਦਾ ਸੁੱਖ ਆਪ ਜੀ ਨੂੰ ਅੱਜ ਪ੍ਰਾਪਤ ਹੋਇਆ ਹੈ। ਐ ਰਾਜਾ ਯੁਧਿਸ਼ਟਰ, ਮੇਰਾ ਕਹਿਣਾ ਮੰਨੋ। ਸਵਰਗ ਦੇ ਸੁੱਖ ਧਿਆਨ ਕਰਕੇ ਸਦੀਵ ਸੁੱਖ ਦੇ ਖਿਆਲ ਨਾਲ ਆਪਣੇ ਕੁੱਤੇ ਨੂੰ ਇੱਥੇ ਹੀ ਛੱਡ ਦਿਓ। ਇਹਦੇ ਵਿੱਚ ਬੇਰਹਿਮੀ ਨਹੀਂ ਹੈ, ਕਿਉਂਕਿ ਕੁੱਤਿਆਂ ਨੂੰ ਸਵਰਗ ਵਿੱਚ ਲਿਜਾਣ ਦਾ ਦਸਤੂਰ ਨਹੀਂ। ਮੈਂ ਇਸ ਨਿਯਮ ਨੂੰ ਕਦੇ ਵੀ ਨਹੀਂ ਤੋੜ ਸਕਦਾ ਅਤੇ ਨਾ ਹੀ ਮੇਰੇ ਵਿੱਚ ਤੋੜਨ ਦਾ ਬਲ ਹੈ। ਫਿਰ ਇਸ ਰਾਜਾ ਨੇ, ਜਿਸ ਦਾ ਦਿਲ ਸੰਗਮਰਮਰ ਦੇ ਸਾਫ਼ ਟੋਟੇ ਦੀ ਤਰ੍ਹਾਂ ਸੀ, ਜਿਸ ਦੇ ਵਿੱਚ ਬਾਲ ਜਿਤਨੀ ਵੀ ਸਵਾਰਥਤਾ ਨਹੀਂ ਸੀ, ਇੰਦਰ ਦੀ ਵੱਲੋਂ ਮੂੰਹ ਮੋੜ ਲਿਆ ਔਰ ਕੜਕ ਕੇ ਆਖਣ ਲੱਗਾ, ਹੇ ਹਜ਼ਾਰ ਅੱਖਾਂ ਵਾਲੇ ਇੰਦਰ, ਇਹ ਧਰਮਾਤਮਾ ਪੁਰਖਾਂ ਦੇ ਕੰਮ ਨਹੀਂ ਕਿ ਆਪਣੇ ਸਾਥੀ ਨੂੰ ਛੱਡਣ। ਖਾਲਸ ਧਰਮ ਦਾ ਸਿਧਾਂਤ ਹੈ ਕਿ ਜਿਨ੍ਹਾਂ ਨੇ ਸਾਥ ਦਿੱਤਾ ਹੈ, ਤੁਸੀਂ ਵੀ ਉਹਨਾਂ ਦਾ ਸਾਥ ਦਿਓ। ਇਸ ਵਾਸਤੇ ਮੈਂ ਆਪਣੇ ਪਿਆਰੇ ਅਤੇ ਵਫਾਦਾਰ ਕੁੱਤੇ ਨੂੰ ਕਦੇ ਕਿਸੇ ਲੋਭ ਦੇ ਖਿਆਲ ਵਿੱਚ ਦੂਰ ਨਹੀਂ ਕਰਾਂਗਾ। ਮੈਨੂੰ ਸਵਰਗ ਦੇ ਸੁੱਖਾਂ ਦੀ ਚਾਹ ਨਹੀਂ। ਮੈਂ ਸਵਾਰਥੀ ਬਣਨਾ ਨਹੀਂ ਚਾਹੁੰਦਾ। ਇੰਦਰ ਨੇ ਕਿਹਾ, ਜੋ ਲੋਕ ਕੁੱਤੇ ਨੂੰ ਨਾਲ ਲਿਆਉਂਦੇ ਹਨ, ਉਹ ਸਵਰਗ ਵਿੱਚ ਦਾਖਲ ਨਹੀਂ ਹੁੰਦੇ। ਇਸ ਲਈ ਕੁੱਤੇ ਨੂੰ ਛੱਡ ਦਿਓ। ਯੁਧਿਸ਼ਟਰ ਨੇ ਆਖਿਆ ਕਿ ਧਾਰਮਿਕ ਪੁਸਤਕਾਂ ਵਿੱਚ ਸਾਥੀਆਂ ਨੂੰ ਛੱਡਣਾ ਮਹਾਨ ਪਾਪ ਅਥਵਾ ਧਰਮਾਤਮਾ ਪੁਰਸ਼ ਦੇ ਮਾਰ ਦੇਣ ਦੇ ਬਰਾਬਰ ਹੈ। ਐ ਇੰਦਰ, ਮੈਂ ਆਪਣੇ ਪ੍ਰਸੰਨਤਾ ਦੇ ਖਿਆਲ ਨਾਲ ਇਸ ਕੁੱਤੇ ਨੂੰ ਨਹੀਂ ਛੱਡਾਂਗਾ। ਇੰਦਰ ਕਹਿੰਦਾ ਹੈ, ਹੇ ਰਾਜਨ, ਤੁਸਾਂ ਆਪਣੇ ਭਰਾਵਾਂ ਨੂੰ ਛੱਡ ਦਿੱਤਾ ਹੈ। ਕ੍ਰਿਸ਼ਨਾ ਦ੍ਰੋਪਦੀ ਤੋਂ ਜੁਦਾਈ ਹੋ ਗਈ। ਫਿਰ ਇਸ ਕੁੱਤੇ ਨੂੰ ਕਿਹੜਾ ਸੁਰਖਾਬ ਦਾ ਪੰਖ ਲੱਗਾ ਹੋਇਆ ਹੈ ਕਿ ਜੁਦਾ ਨਹੀਂ ਕਰਦੇ। ਧਨਵਰਾਜ ਨੂੰ ਕੁਰਖੇਤਰ ਦੀ ਸੰਗਰਾਮ ਭੂਮੀ ਵਿੱਚ ਇੱਕ ਵਾਰੀ ਭੁੱਲ ਖਾ ਜਾਣ ਤੋਂ ਭਕਿਆਈ ਆ ਗਈ ਸੀ। ਕ੍ਰਿਸ਼ਨ ਜੀ ਦੀ ਚਲਾਕੀ ਅਤੇ ਭੀਮ ਦੀ ਅਯਾਰੀ ਨੇ ਇਹਨਾਂ ਤੋਂ ਦਰੋਣਾਚਾਰਿਆਂ ਦੇ ਉਲਟ ਝੂਠ ਬੁਲਾਇਆ ਸੀ। ਇਹ ਬੜਾ ਭੈ ਦੇਣ ਵਾਲਾ ਪੰਧ ਸੀ, ਜਿਹੜਾ ਯੁਧਿਸ਼ਟਰ ਨੂੰ ਇੱਥੇ ਪਤਾ ਲੱਗ ਗਿਆ ਹੋਇਆ ਸੀ। ਇਸ ਕਾਰਨ ਉਸ ਨੂੰ ਪ੍ਰੀਖਿਆ ਹੋ ਗਈ ਹੋਈ ਸੀ ਅਤੇ ਪੱਕਾ ਹੋ ਗਿਆ ਹੋਇਆ ਸੀ ਅਤੇ ਧਰਮ ਦੇ ਰਾਹ ਵਿੱਚੋਂ ਹਟਣਾ ਨਹੀਂ ਸੀ ਚਾਹੁੰਦਾ। ਇੰਦਰ ਦੇ ਕਹਿਣ ਦਾ ਰੰਚਕ ਪ੍ਰਮਾਣ ਵੀ ਅਸਰ ਨਾ ਹੋਇਆ ਅਤੇ ਨਾ ਸਵਰਗ ਦੇ ਸੁੱਖਾਂ ਦੀ ਚਾਹ ਇਸ ਨੂੰ ਨਿਰਬਲ ਕਰ ਸਕੀ। ਰਾਜਾ ਨੇ ਧਮਕ ਕੇ ਉੱਤਰ ਦਿੱਤਾ, ਹੇ ਇੰਦਰ, ਸੰਸਾਰ ਜਾਣਦਾ ਹੈ ਕਿ ਮੁਰਦਿਆਂ ਨਾਲ ਨਾ ਦੋਸਤੀ ਹੋ ਸਕਦੀ ਹੈ ਨਾ ਦੁਸ਼ਮਣੀ। ਮੇਰੇ ਭਰਾ ਅਤੇ ਦ੍ਰੋਪਦੀ ਸਭ ਮਰ ਗਏ। ਮੈਂ ਉਹਨਾਂ ਨੂੰ ਜਵਾਲ ਨਹੀਂ ਸੀ ਸਕਦਾ। ਮੇਰੇ ਵਿੱਚ ਇੰਨੀ ਤਾਕਤ ਨਹੀਂ। ਜਦ ਉਹ ਜਿਉਂਦੇ ਸਨ, ਮੈਂ ਉਹਨਾਂ ਦਾ ਸਾਥ ਨਹੀਂ ਛੱਡਿਆ। ਘਰ ਆਏ ਹੋਏ ਨੂੰ ਡਰ ਜਾਂ ਧੋਖਾ ਦੇਣਾ, ਇਸਤਰੀ ਨੂੰ ਵੱਢ ਸੁੱਟਣਾ, ਧਰਮਾਤਮਾ ਦੀ ਚੀਜ਼ ਚੁਰਾਉਣਾ, ਮਿੱਤਰ ਨੂੰ ਨੁਕਸਾਨ ਪਹੁੰਚਾਉਣਾ, ਇਹ ਸਭ ਮਹਾਨ ਪਾਪ ਹਨ ਅਤੇ ਆਪਣੇ ਪਿਆਰ ਕਰਨ ਵਾਲੇ ਨਾਲ ਜੁਦਾਈ ਪ੍ਰਗਟ ਕਰਨੀ ਵੀ ਮਹਾਪਾਪ ਹੈ। ਸਵਰਗ ਮੈਨੂੰ ਨਾ ਮਿਲੇ, ਕੁਝ ਪਰਵਾਹ ਨਹੀਂ। ਮੈਨੂੰ ਸਦੀਵ ਕਾਲ ਦਾ ਸੁੱਖ ਨਾ ਮਿਲੇ, ਕੁਝ ਪਰਵਾਹ ਨਹੀਂ। ਪਰੰਤੂ ਐ ਇੰਦਰ, ਮੈਂ ਇਸ ਕੁੱਤੇ ਦਾ ਸਾਥ ਕਦੀ ਨਹੀਂ ਛੱਡਾਂਗਾ। ਸਮੁੰਦਰ ਦੀਆਂ ਲਹਿਰਾਂ ਭਾਵੇਂ ਸੁਮੇਰ ਪਰਬਤ ਉੱਤੇ ਚੜ੍ਹ ਆਉਣ, ਸੁਮੇਰ ਦੀ ਚੋਟੀ ਸਮੁੰਦਰ ਵਿੱਚ ਡੁੱਬ ਜਾਵੇ, ਭਾਵੇਂ ਚੰਦ ਤੋਂ ਬਿਖ ਪੈਣੀ ਆਰੰਭ ਹੋ ਜਾਵੇ
ਆਕਾਸ਼ ਪਤਾਲ ਭੂਮੀ ਸਭ ਉਲਟ ਪੁਲਟ ਹੋ ਜਾਣ, ਪਰੰਤੂ ਯੁਧਿਸ਼ਟਰ ਆਪਣੇ ਕੁੱਤੇ ਨੂੰ ਜਿਉਂਦੇ ਜੀ ਕਦੀ ਵੀ ਜੁਦਾ ਨਹੀਂ ਕਰੇਗਾ। ਮੈਂ ਪਿਆਰ ਕਰਨ ਵਾਲੇ ਕੁੱਤੇ ਦੇ ਖਿਆਲ ਨਾਲ ਸਵਰਗ ਦਾ ਨਿੱਤ ਸੁੱਖ ਅਤੇ ਦੇਵਤਿਆਂ ਦੀ ਵਡਿਆਈ ਸਭ ਨੂੰ ਛੱਡ ਦੇਣ ਲਈ ਤਿਆਰ ਹਾਂ, ਪਰ ਕੁੱਤੇ ਨੂੰ ਨਹੀਂ ਛੱਡਾਂਗਾ। ਅਜੇ ਯੁਧਿਸ਼ਟਰ ਨੇ ਆਪਣੀ ਗੱਲ ਸਮਾਪਤ ਹੀ ਕੀਤੀ ਸੀ ਕਿ ਆਕਾਸ਼ ਤੋਂ ਪੁਸ਼ਪਾਂ ਦੀ ਵਰਖਾ ਹੋਣ ਲੱਗੀ। ਧੰਨ ਧੰਨ ਦੀ ਆਵਾਜ਼ ਨਾਲ ਸੁਮੇਰ ਪਰਬਤ ਦੀ ਚੋਟੀ ਵੀ ਗੂੰਜ ਉੱਠੀ ਅਤੇ ਦੇਖੋ, ਉਸੇ ਸਮੇਂ ਕੁੱਤਾ ਅਦ੍ਰਿਸ਼ਟ ਹੋ ਗਿਆ ਅਤੇ ਉਸ ਦੀ ਜਗ੍ਹਾ ਸੁੰਦਰ ਪੁਸ਼ਾਕ ਪਾ ਕੇ ਅਸਲ ਧਰਮ ਰਾਜਾ ਖੜਾ ਸੀ। ਉਸਨੇ ਯੁਧਿਸ਼ਟਰ ਨੂੰ ਵਰ ਦਿੱਤੇ, ਇਹਨਾਂ ਦੇ ਧਰਮ ਪਾਓ ਅਤੇ ਪ੍ਰੇਮ ਦਇਆ ਪਾਓ ਅਤੇ ਸੱਚ ਵਫਾਦਾਰੀ ਦੀ ਸਰਾਹਤਾ ਕੀਤੀ। ਸੱਚਮੁੱਚ ਕੈਸਾ ਉੱਚ ਖਿਆਲ ਦਾ ਮਹਾਤਮਾ ਹੋਵੇਗਾ ਜੋ ਆਪਣੇ ਨਾਚੀਜ਼ ਕੁੱਤੇ ਦੀ ਵਫਾਦਾਰੀ ਉੱਤੇ ਸਵਰਗ ਦੀਆਂ ਨਿਆਮਤਾਂ ਨੂੰ ਵਾਰਦਾ ਸੀ। ਕੁੱਤੇ ਦੇ ਨਾਲ ਪੈਰੀ ਚੱਲਣਾ ਚੰਗਾ, ਪਰ ਰੱਥ ਉੱਤੇ ਪੈਰ ਪਾਉਣਾ ਕੁੱਤੇ ਨੂੰ ਛੱਡ ਕੇ ਸਵੀਕਾਰ ਨਹੀਂ ਕੀਤਾ। ਧਰਮਰਾਜ ਨੇ ਯੁਧਿਸ਼ਟਰ ਨੂੰ ਆਖਿਆ, ਤੂੰ ਧਨ ਹੈ, ਤੇਰਾ ਧਰਮ ਭਾਵ ਧਨ ਹੈ। ਤੂੰ ਤਾਂ ਸਦੀਵ ਕਾਲ ਲਈ ਜਿਉਂਦਾ ਰਹੇਗਾ। ਤੂੰ ਤਾਂ ਮੌਤ ਉੱਤੇ ਜਿੱਤ ਪ੍ਰਾਪਤ ਕਰ ਲਈ ਹੈ। ਸਵਰਗ ਤੇਰਾ ਹੈ। ਯੁਧਿਸ਼ਟਰ, ਇੰਦਰ, ਧਰਮਰਾਜ ਅਤੇ ਦੂਸਰੇ ਦੇਵਤੇ ਰੱਥ ਅਰਥਾਤ ਯੱਕੇ ਉੱਤੇ ਬੈਠ ਕੇ ਸਵਰਗ ਦੀ ਜਗ੍ਹਾ ਗਏ। ਨਾਰਦ ਰਿਸ਼ੀ ਨੇ ਉੱਚੀ ਨਾਲ ਆਖਿਆ, ਤੂੰ ਰਾਜ ਰਿਸ਼ੀਆਂ ਵਿੱਚ ਸਭਨਾਂ ਨਾਲੋਂ ਵੱਡਾ ਹੈ। ਸਵਰਗ ਦੀ ਕੀ ਸਰਾਹਤਾ ਹੋ ਸਕਦੀ ਹੈ? ਸਵਰਗ ਦਾ ਖਿਆਲ ਆਪ ਹੀ ਮਨੁੱਖ ਨੂੰ ਮਸਤ ਤੇ ਗੰਭੀਰ ਬਣਾ ਦਿੰਦਾ ਹੈ। ਹਰ ਵੇਲੇ ਖੁਸ਼ੀ ਦੇ ਤਾਨੇ ਵੱਜ ਰਹੇ ਹਨ। ਹਵਾ ਅਤਰ ਤੇ ਪੁਸ਼ਪਾਂ ਦੀ ਸੁਗੰਧੀ ਨਾਲ ਭਰੀ ਹੋਈ ਹੈ। ਜਗ੍ਹਾ ਜਗ੍ਹਾ ਆਨੰਦ ਮੰਗਲ ਹੋ ਰਹੇ ਹਨ। ਇਹ ਸਮਾਂ, ਇਹ ਕੌਤਕ, ਇਹ ਤਮਾਸ਼ਾ ਸੰਸਾਰ ਵਿੱਚ ਕਿੱਥੇ ਵੇਖਣ ਵਿੱਚ ਆਉਂਦਾ ਹੈ। ਪਰ ਯੁਧਿਸ਼ਟਰ ਦੀ ਅੱਖ ਕਿਸੇ ਪਾਸੇ ਨਹੀਂ ਜਾਂਦੀ। ਉਸ ਨੂੰ ਕੇਵਲ ਚਵਾਂ ਭਾਈਆਂ ਦਾ ਧਿਆਨ ਸੀ। ਯੁਧਿਸ਼ਟਰ ਨੇ ਇੰਦਰ ਨੂੰ ਆਖਿਆ, ਮੈਂ ਆਪਣੇ ਭਰਾਵਾਂ ਤੇ ਦ੍ਰੋਪਦੀ ਦੇ ਪਾਸ ਜਾਣਾ ਚਾਹੁੰਦਾ ਹਾਂ। ਇੰਦਰ ਨੇ ਆਖਿਆ, ਇੱਥੇ ਹੁਣ ਦੁਨੀਆ ਦੀ ਮੁਹੱਬਤ ਦਾ ਖਿਆਲ ਛੱਡੋ। ਯੁਧਿਸ਼ਟਰ ਨੇ ਆਖਿਆ, ਮੈਂ ਉੱਥੇ ਹੀ ਰਹਾਂਗਾ ਜਿੱਥੇ ਮੇਰੇ ਭਾਈ ਹਨ, ਅਤੇ ਇੱਧਰ ਉੱਧਰ ਦੇਖਿਆ, ਪਰ ਉਹ ਕਿਤੇ ਨਹੀਂ ਲੱਭੇ। ਦੁਰਯੋਧਨ ਲੱਭਾ। ਯੁਧਿਸ਼ਟਰ ਹੈਰਾਨ ਹੋ ਗਿਆ ਕਿ ਜਿਸ ਨੇ ਹਿੰਦ ਦੀ ਜੜ ਪੁਟਾ ਦਿੱਤੀ, ਇਹ ਕਿੱਥੇ? ਘਿਰਨਾ ਕਰਕੇ ਯੁਧਿਸ਼ਟਰ ਨੇ ਮੂੰਹ ਫੇਰ ਲਿਆ ਤੇ ਕਿਹਾ ਕਿ ਮੈਂ ਜਿੱਥੇ ਅਰਜਨ ਹੋਵੇ ਉੱਥੇ ਜਾਣਾ ਚਾਹੁੰਦਾ ਹਾਂ। ਨਾਰਦ ਮੁਨੀ ਜੀ ਹੱਸੇ ਅਤੇ ਆਖਿਆ, ਹੇ ਰਾਜਨ, ਭੁੱਲ ਕਰਦੇ ਹੋ। ਇੱਥੇ ਸੰਸਾਰੀ ਪ੍ਰੇਮ ਕਿੱਥੇ ਤੇ ਦੋਸਤੀ ਦੁਸ਼ਮਣੀ ਕਿੱਥੇ? ਦੁਰਯੋਧਨ ਰਣ ਭੂਮੀ ਵਿੱਚ ਮਰ ਜਾਣ ਕਰਕੇ ਸਵਰਗ ਵਿੱਚ ਆਇਆ ਹੈ। ਯੁਧਿਸ਼ਟਰ ਨੇ ਆਖਿਆ, ਚੰਗਾ, ਪਰ ਮੇਰੇ ਭਰਾ ਕਿੱਥੇ ਹਨ? ਦੱਸੋ, ਕਰਨ ਕਿੱਥੇ ਹੈ? ਦ੍ਰੋਪਦੀ, ਭੀਮ, ਅਰਜਨ, ਨੁਕਲ, ਸਹਿਦੇਵ ਕਿੱਥੇ ਹਨ? ਦੇਰ ਨਾ ਕਰੋ। ਜੇਕਰ ਭਾਈ ਸਾਥ ਨਹੀਂ ਤਾਂ ਇਹ ਸਵਰਗ ਮੇਰੇ ਲਈ ਨਰਕ ਹੈ। ਦੇਵਤਿਆਂ ਨੇ ਇੱਕ ਦੂਤ ਨੂੰ ਹੁਕਮ ਦਿੱਤਾ ਕਿ ਜਾਓ, ਇਹਨਾਂ ਨੂੰ ਇਹਨਾਂ ਦੇ ਪਿਆਰੇ ਦੋਸਤਾਂ ਵੱਲ ਲੈ ਜਾਓ। ਯੁਧਿਸ਼ਟਰ ਤੁਰ ਪਿਆ। ਰਾਹ ਵਿੱਚ ਹਨੇਰਾ ਬੜਾ ਹੀ ਘਟਾ ਟੌਪ ਸੀ। ਹੱਥ ਨੂੰ ਹੱਥ ਨਹੀਂ ਸੀ ਲੱਭਦਾ। ਖੋਪਰੀਆਂ ਦੇ ਕੰਢੇ ਤੇ ਲਹੂ ਤੇ ਬੂਝੇ ਤੇ ਅੰਗਿਆਰ ਪੱਥਰ ਰਾਹ ਵਿੱਚ ਸਨ ਤੇ ਦਮ ਘੁੱਟਦਾ ਸੀ। ਦੂਤ ਕਹਿਣ ਲੱਗਾ, ਮੈਨੂੰ ਇੱਥੋਂ ਤੱਕ ਆਉਣ ਦਾ ਹੁਕਮ ਸੀ। ਜੇਕਰ ਆਪ ਦੀ ਵਾਹ ਹੈ ਤਾਂ ਮੁੜ ਚੱਲੋ। ਅਜੇ ਅੱਗੇ ਪੈਰ ਹੀ ਪਾਇਆ ਸੀ ਕਿ ਰੌਣ ਪਿੱਟਣ ਦੀ ਆਵਾਜ਼ ਆਈ। ਮਹਾਰਾਜ, ਸੰਤੋਖ ਕਰੋ, ਜ਼ਰਾ ਠਹਿਰੋ। ਐ ਧਰਮਾਤਮਾ, ਤੂੰ ਤਾਂ ਆਪਣੀ ਹਵਾ ਨਾਲ ਸਾਨੂੰ ਦੁੱਖੋਂ ਬਚਾ ਲਿਆ। ਅਸੀਂ ਅਤ ਕਰਕੇ ਦੁਖੀ ਹਾਂ। ਤੁਹਾਡੇ ਆਉਣ ਕਰਕੇ ਕੁਝ ਆਰਾਮ ਆਇਆ ਹੈ। ਮਹਾਰਾਜ, ਕੁਝ ਦੇਰ ਠਹਿਰੋ, ਸਾਨੂੰ ਕੁਝ ਤਾਂ ਸੁੱਖ ਮਿਲੇ। ਫਿਰ ਯੁਧਿਸ਼ਟਰ ਖੜਾ ਹੋ ਗਿਆ ਤੇ ਪੁੱਛਿਆ, ਤੁਸੀਂ ਚੀਕਾਂ ਮਾਰਦੇ ਕੌਣ ਹੋ? ਉਦੋਂ ਆਵਾਜ਼ਾਂ ਕੰਨਾਂ ਵਿੱਚ ਆਈਆਂ, ਮਹਾਰਾਜ, ਮੈਂ ਕਰਨ ਹਾਂ, ਮੈਂ ਭੀਮ ਹਾਂ, ਮੈਂ ਅਰਜਨ ਹਾਂ, ਮੈਂ ਨੁਕਲ ਹਾਂ, ਮੈਂ ਸਹਿਦੇਵ ਹਾਂ, ਮੈਂ ਦ੍ਰੋਪਦੀ ਹਾਂ। ਅਸੀਂ ਦ੍ਰੋਪਦੀ ਦੇ ਬੱਚੇ ਹਾਂ। ਹੇ ਪਰਮਾਤਮਾ, ਇਹਨਾਂ ਮਾਸੂਮਾਂ ਨੇ ਕੀ ਪਾਪ ਕੀਤਾ ਸੀ? ਸਵਰਗ ਵਿੱਚ ਇਹ ਹਨੇਰਾ ਕਿ ਕੁਕਰਮੀ ਦੁਰਯੋਧਨ ਤਾਂ ਸਵਰਗ ਦੇ ਮਜ਼ੇ ਲੁੱਟੇ ਅਤੇ ਇਹ ਭਲੀਆਂ ਰੂਹਾਂ ਦੁੱਖ ਭੋਗਣ। ਰੰਜ ਗੁੱਸਾ ਬੜਾ ਹੀ ਚਾਰਾਂ ਨੂੰ ਆਇਆ। ਯੁਧਿਸ਼ਟਰ ਨੇ ਤਿਉੜੀ ਕਰਕੇ ਦੂਤ ਨੂੰ ਆਖਿਆ, ਹੁਣ ਉਹਨਾਂ ਦੇਵਤਿਆਂ ਪਾਸ ਜਾਓ ਜਿਨ੍ਹਾਂ ਦਾ ਤੂੰ ਦੂਤ ਹੈ। ਉਹਨਾਂ ਨੂੰ ਸਾਫ਼-ਸਾਫ਼ ਕਹਿ ਦੇ
ਕਿ ਮੇਰੇ ਇੱਥੇ ਰਹਿਣ ਕਰਕੇ ਮੇਰੇ ਭਰਾਵਾਂ ਨੂੰ ਆਰਾਮ ਪ੍ਰਾਪਤ ਹੁੰਦਾ ਹੈ, ਮੈਂ ਇੱਥੇ ਹੀ ਰਹਾਂਗਾ। ਵਾਹ ਜੀ, ਵਫਾਦਾਰੀ ਤੇ ਦਲੇਰੀ। ਪਰ ਸ਼ਾਬਾਸ਼, ਉਸ ਸਮੇਂ ਫੇਰ ਤੜਾਕੇ ਦੀ ਆਵਾਜ਼ ਆਈ। ਹਨੇਰਾ ਲੁਕ ਗਿਆ, ਚਾਰੇ ਪਾਸੇ ਰੌਸ਼ਨੀ ਹੀ ਰੌਸ਼ਨੀ ਹੋ ਗਈ। ਨਾ ਕੰਡੇ, ਨਾ ਖੋਪਰੀਆਂ, ਨਾ ਪੱਥਰ, ਨਾ ਸੜੇ ਹਨ, ਕੁਝ ਨਹੀਂ ਰਿਹਾ। ਦੇਵਤੇ ਗਾਉਣ ਲੱਗੇ। ਇੰਦਰ ਵੀ ਦੇਵਤਿਆਂ ਸਮੇਤ ਆ ਗਿਆ ਔਰ ਆਖਣ ਲੱਗਾ, ਇਹ ਮੌਤ ਉੱਪਰ ਜਿੱਤ ਪਾਉਣ ਵਾਲੇ ਯੁਧਿਸ਼ਟਰ, ਇਹ ਨਰਕ ਦਾ ਤਮਾਸ਼ਾ ਕੇਵਲ ਭਰਮ ਹੈ, ਇਸ ਦੀ ਕੋਈ ਜੜ ਨਹੀਂ। ਤੁਸਾਂ ਕੁਰੂਕਸ਼ੇਤਰ ਦੇ ਰਣ ਵਿੱਚ ਆਪਣੀ ਮਰਜ਼ੀ ਤੋਂ ਉਲਟ ਝੂਠ ਬੋਲਿਆ ਸੀ, ਜਿਸ ਦੀ ਵਜ੍ਹਾ ਨਾਲ ਤੁਹਾਨੂੰ ਉਸ ਥੋੜ੍ਹੇ ਜਿਹੇ ਝੂਠ ਦੇ ਕਾਰਨ ਦੇਖਣਾ ਪਿਆ। ਹੁਣ ਤੁਸੀਂ ਖੁਸ਼ੀ ਕਰੋ, ਚਲੋ ਆਪ ਸੱਚੇ ਸਵਰਗ ਵਿੱਚ ਨਿਵਾਸ ਕਰੋ। ਇਸ ਤਰ੍ਹਾਂ ਰਾਜਾ ਯੁਧਿਸ਼ਟਰ ਸਵਰਗਾਂ ਵਿੱਚ ਨਿਵਾਸ ਕਰਨ ਲੱਗ ਪਿਆ। ਸੋ ਸਾਧ ਸੰਗਤ ਜੀ, ਇਸ ਸਾਖੀ ਦਾ ਤਾਤਪਰਿਆ ਇਹ ਹੈ ਕਿ ਸਿਰਫ ਦਇਆ ਦੇ ਕਾਰਨ ਯੁਧਿਸ਼ਟਰ ਉਸ ਜਗ੍ਹਾ 'ਤੇ ਪਹੁੰਚਿਆ ਜਿੱਥੇ ਕੋਈ ਨਾ ਪਹੁੰਚ ਸਕਿਆ। ਇਸੇ ਵਾਸਤੇ ਗੁਰੂ ਜੀ ਨੇ ਕਿਹਾ ਹੈ ਕਿ 68 ਤੀਰਥ ਅਤੇ ਸਾਰੇ ਪੁੰਨਾਂ ਨਾਲੋਂ ਵੱਧ ਕੇ ਦਇਆ ਦਾ ਮਹਾਤਮ ਹੈ। 68 ਤੀਰਥ ਸਗਲ ਪੁੰਨ, ਜੀ ਦਇਆ ਪ੍ਰਵਾਨ। 68 ਤੀਰਥਾਂ 'ਤੇ ਇਸ਼ਨਾਨ ਕਰਨ ਅਤੇ ਸਮੂਹ ਦਾਨ ਪੁੰਨ ਦੇਣ ਨਾਲੋਂ ਪ੍ਰਾਣ ਧਾਰੀਆਂ 'ਤੇ ਤਰਸ ਖਾਣਾ ਵਧੇਰੇ ਸਵੀਕਾਰਯੋਗ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।